12ਵੀਂ ਕਲਾਸ ਦੀ ਇਤਿਹਾਸ ਦੀ ਕਿਤਾਬ ਦੇ ਵਿੱਚ ਸਿੱਖ ਇਤਿਹਾਸ ਨੂੰ ਗਲਤ ਤੱਥਾਂ ਦੇ ਵਿੱਚ ਪੇਸ਼ ਕੀਤਾ ਗਿਆ, ਜਿਸ ਤੋਂ ਬਾਅਦ ਧਰਨੇ ਮੁਜ਼ਾਹਰੇ ਹੋਏ। ਇਲਜ਼ਾਮ ਜਥੇਬੰਦੀਆਂ ਜਿਹੜੀਆਂ ਧਰਨੇ ਲਗਾ ਰਹੀਆਂ ਉਹ ਬੋਰਡ ਉੱਪਰ ਵੀ ਲਗਾ ਰਹੀਆਂ ਤੇ ਪੰਜਾਬ ਸਰਕਾਰ ਉੱਪਰ ਵੀ ਖੜੇ ਕਰ ਰਹੀਆਂ। ਪੰਜਾਬ ਐਜੂਕੇਸ਼ਨ ਬੋਰਡ ਦੇ ਚੇਅਰਮੈਨ ਯੋਗਰਾਜ ਸਿੰਘ ਸਾਡੇ ਨਾਲ ਮੌਜੂਦ ਹੈ। ਗੱਲਬਾਤ ਕਰਦੇ ਕਿ ਆਖਰਕਾਰ ਮਸਲਾ ਕੀ ਹੈ, ਬੋਰਡ ਉੱਪਰ ਕਿਉਂ ਸਵਾਲ ਖੜੇ ਹੋ ਰਹੇ ਤੇ ਬੋਰਡ ਦੀ ਇਸ 'ਚ ਗਲਤੀ ਕੀ ਹੈ, ਗੱਲਬਾਤ ਕਰ ਲੈਣਾ। ਯੋਗਰਾਜ जी, मामला की है सारा लगातार सवाल 12वीं के इतिहास की किताब उस उपर खड़े हो रहे हैं कि गलत तत्थ सिख इतिहास के पेश किए गए, मामला की सारा? मामला इस तरह है कि 2018 ਦੇ ਵਿੱਚ सरदार बलदेव सिंह सिरसा ਵੱਲੋਂ ਇੱਕ ਸ਼ਿਕਾਇਤ ਪ੍ਰਾਪਤ ਹੁੰਦੀ ਹੈ, ਜਿਸ ਵਿੱਚ ਉਹ ਮਿਸਟਰ ਸੋਢੀ ਦੀ ਕਿਤਾਬ ਬਾਰੇ, ਮਨਜੀਤ ਸਿੰਘ ਸੋਢੀ ਦੀ ਕਿਤਾਬ ਬਾਰੇ ਕਹਿੰਦੇ ਹੈ ਕਿ ਇਸ ਦੇ ਵਿੱਚ ਸਿੱਖ ਇਤਿਹਾਸ ਨੂੰ ਤੋੜਿਆ ਮਰੋੜਿਆ ਗਿਆ, ਗੁਰੂ ਸਾਹਿਬਾਨ ਬਾਰੇ ਮੰਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ ਤੇ ਆਪਣੇ ਤਰੀਕੇ ਨਾਲ ਜਿਹੜਾ ਹੈਗਾ ਉਸ ਦੇ ਵਿੱਚ ਜਿਹੜਾ ਹੈਗਾ ਲਿਖਿਆ ਗਿਆ ਜਿਹੜਾ ਤੱਥਾਂ ਤੋਂ ਦੂਰ ਹੈ। ਬੁਨਿਆਦੀ ਤੌਰ ਤੇ ਕਿਤਾਬ ਉਸ ਤਰ੍ਹਾਂ ਦੀ ਕਿਸੇ ਹਿਸਟੋਰੀਅਨ ਵੱਲੋਂ ਨਹੀਂ ਲਿਖੀ ਗਈ, ਇਹ ਗਾਈਡਨੁਮਾ ਕੁੰਜੀਆਂ ਜਿਵੇਂ ਸਾਡੇ ਸ਼ਬਦ ਆ ਉਸ ਤਰ੍ਹਾਂ ਦੀ ਇੱਕ ਕਿਤਾਬ ਹੈ। ਇਸ ਦੇ ਬਾਰੇ ਵਿੱਚ ਉਹਨਾਂ ਨੇ ਬੋਰਡ ਦੇ ਧਿਆਨ ਵਿੱਚ ਲਿਆਂਦਾ ਤਾਂ ਉਸ ਤੋਂ ਬਾਅਦ ਇੱਕ ਜਿਹੜੀ ਉਹਦੇ ਬਾਰੇ ਜਾਂਚ ਕਮੇਟੀ ਬਣਦੀ ਹੈ, ਜਿਹੜੀ ਆਪਣੀ ਸਾਰੀ ਗਵਾਹੀਆਂ ਲੈ ਕੇ ਰਾਈਟਰ ਨੂੰ ਮਿਲਾ ਕੇ ਸਾਰੇ ਇੱਕ ਰਿਪੋਰਟ ਤਿਆਰ ਕੀਤੀ ਜਾਂਦੀ ਹੈ, ਜਿਹੜੀ ਮੇਰੇ ਸਾਹਮਣੇ ਪਿਛਲੇ ਸਾਲ ਦੇ 10ਵੇਂ ਜਾਂ 11ਵੇਂ ਮਹੀਨੇ ਵਿੱਚ ਪੇਸ਼ ਹੁੰਦੀ ਹੈ, ਜਿਸ ਨੂੰ ਮੈਂ ਥੱਲੇ ਮਾਰ ਕਰਕੇ ਬਾਅਦ ਵਿੱਚੋਂ ਮੇਰੇ ਕੋਲ ਜਦੋਂ ਫਰਵਰੀ ਦੇ ਵਿੱਚ ਤੇ ਲਗਭਗ ਆਉਂਦੀ ਹੈ ਤਾਂ ਉਸ ਦੇ ਵਿੱਚ ਜਿਹੜੀਆਂ ਗੱਲਾਂ ਕੀਤੀਆਂ ਉਹਨਾਂ ਦੇ ਵਿੱਚ ਲਗਭਗ 16 ਸਾਡੇ ਆਪਣੇ ਮੁਲਾਜ਼ਮ ਹੈ ਤੇ ਕੁਝ ਪੰਜਾਬ ਸਰਕਾਰ ਦੇ ਸੀ ਜਿਹੜੇ ਇਸ ਪ੍ਰਕਿਰਿਆ ਦੇ ਵਿੱਚ ਇਹਨੂੰ ਰਿਵਿਊ ਕਰਨ ਦੀ ਪ੍ਰਕਿਰਿਆ ਵਿੱਚ ਸ਼ਾਮਲ ਸੀ। ਮੈਨੂੰ ਲੱਗਦਾ ਕਿ ਉਹਨਾਂ ਨੇ ਆਪਣਾ ਕੰਮ ਬਖੂਬੀ ਨਹੀਂ ਕੀਤਾ, ਜਿਸ ਕਰਕੇ ਇਹੋ ਜਿਹੀ ਸ਼ਬਦਾਵਲੀ ਵਾਲੀ ਤੇ ਜਿਹੜੀ ਇਸ ਤਰ੍ਹਾਂ ਦੀ ਤੱਥਾਂ ਵਾਲੀ ਕਿਤਾਬ ਵਿਦਿਆਰਥੀਆਂ ਨੂੰ ਪੜ੍ਹਨੀ ਪਈ। ਉਸ ਦੇ ਬਾਰੇ ਵਿੱਚ ਜਿਹੜੀ ਕਿ ਉਹਨੂੰ ਸ਼ੋਕਵਾਰ ਨੋਟਸ ਕੀਤੇ ਗਏ, ਚਾਰਜ ਸ਼ੀਟ ਕੀਤਾ ਗਿਆ, ਉਹ ਪ੍ਰਕਿਰਿਆ ਸਾਡੇ ਕੋਲ ਜਾਰੀ ਹੈ। ਉਸ ਤੋਂ ਪਹਿਲਾਂ ਜਿਹੜੀ ਗੱਲ ਉਹਦੀ ਇੰਟਰਸਟਿੰਗ ਗੱਲ ਇਹ ਕਿ ਉਸ ਤੋਂ ਪਹਿਲਾਂ 17 ਦੇ ਵਿੱਚ ਜਦੋਂ ਮਿਸਟਰ ਕ੍ਰਿਸ਼ਨ ਕੁਮਾਰ ਜੀ ਕੋਲੇ ਚੇਅਰਮੈਨ ਦਾ ਚਾਰਜ ਸੀ ਤਾਂ ਉਹਨਾਂ ਨੇ ਇਸ ਕਿਤਾਬ ਨੂੰ ਮਿਡ 17 ਦੇ ਵਿੱਚ ਬੋਰਡ ਵਿੱਚ ਲਿਜਾ ਕੇ ਇਸ ਕਿਤਾਬ ਨੂੰ ਇਹੋ ਜਿਹੀਆਂ ਸਾਰੀਆਂ ਕਿਤਾਬਾਂ ਦੀ ਰਿਕਮੈਂਡੇਸ਼ਨ ਕਰਨ ਦੀ ਪ੍ਰਕਿਰਿਆ ਬੰਦ ਕਰਤੀ ਸੀ ਕਿ ਬੋਰਡ ਅੱਗੇ ਤੋਂ ਕੋਈ ਵੀ ਅਜਿਹੀ ਕਿਤਾਬ ਕਿਸੇ ਵੀ ਸਬਜੈਕਟ ਦੀ ਹੋਵੇ ਉਹ ਕਦੇ ਵੀ ਪ੍ਰਾਈਵੇਟ ਪਬਲਿਸ਼ ਦੀ ਕਿਤਾਬ ਨੂੰ ਅਸੀਂ ਨਾ ਰਿਨਿਊ ਕਰਾਂਗੇ ਨਾ ਰਿਕਮੈਂਡ ਕਰਾਂਗੇ। ਇਹ ਇੱਕ ਪਾਲਿਸੀ ਬਣ ਗਈ। ਜਦੋਂ 18 ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ ਤਾਂ ਪਰ ਉਸ ਵੇਲੇ ਵੀ ਜਿਹੜਾ ਸੀ ਕਿਤਾਬ ਨਹੀਂ ਸੀ ਕਰ ਰਿਹਾ, ਪਰ ਇਹਨਾਂ ਦਾ ਜਿਹੜਾ ਇਤਰਾਜ਼ ਸੀ ਕਿ 2007 ਤੋਂ ਲੈ ਕੇ 2017 ਤੱਕ ਇਹ ਕਿਤਾਬ ਲਗਾਤਾਰ ਰਿਨਿਊ ਹੁੰਦੀ ਰਹੀ ਔਰ ਵਿਦਿਆਰਥੀਆਂ ਨੂੰ ਪੜ੍ਹਦੇ ਰਹੇ। ਇਸ ਗੱਲ ਦੀ ਜਿਹੜੀ ਜਾਂਚ ਵੀ ਹੋਣੀ ਚਾਹੀਦੀ ਹੈ ਔਰ ਇਸ ਗੱਲ ਦਾ ਇਤਰਾਜ਼ ਵੀ ਉਹਨਾਂ ਦਾ ਇਹੀ ਸੀ। ਇਹ ਜਦੋਂ ਪ੍ਰਕਿਰਿਆ ਚੱਲੀ ਉਸ ਤੋਂ ਬਾਅਦ 20 ਦਿਨ ਪਹਿਲਾਂ ਫਿਰ ਉਹ ਇੱਕ ਹੋਰ ਕਿਤਾਬ ਲੈ ਕੇ ਆਏ ਜਿਹੜੀ ਮਿਸਟਰ SS ਮਾਨ ਦੀ ਸੀ ਤੇ ਉਹਨਾਂ ਨੇ ਕਿਹਾ ਕਿ ਇਸ ਦੇ ਵਿੱਚ ਵੀ ਅਜਿਹੀ ਤੱਥ ਹਨ ਜਿਹੜੇ ਕਿਤਾਬ ਮਨਜੀਤ ਸਿੰਘ ਸੋਢੀ ਦੇ ਸੀ। ਤਾਂ ਉਸ ਦੇ ਵਿੱਚ ਫੌਰੀ ਉਸਦਾ ਮਤਲਬ ਨੋਟਸ ਲੈਂਦੇ ਹੋਏ ਫਿਰ ਮੈਂ ਇੱਕ ਜਾਂਚ ਕਮੇਟੀ ਬਣਾਈ ਜਿਹੜੀ ਡੇ ਟੂ ਡੇ ਪੱਧਰ ਦੇ ਉੱਤੇ ਉਹਦੀ ਇਨਕੁਆਇਰੀ ਕਰ ਰਹੀ ਹੈ ਔਰ ਜਿਸ ਦਾ ਨਤੀਜਾ 5 ਤਰੀਕ ਨੂੰ ਉਹਦੀ ਰਿਪੋਰਟ ਮੇਰੇ ਕੋਲ ਸਬਮਿਟ ਹੋ ਜਾਏਗੀ। ਤਾਂ ਉਸ ਦੇ ਆਧਾਰ ਦੇ ਉੱਤੇ ਜਿਹੜੀ ਵੀ ਰਿਕਮੈਂਡੇਸ਼ਨ ਉਹ ਕਰਦੇ ਆ, ਜਿਸ ਤਰ੍ਹਾਂ ਦੀਆਂ ਸਿਫਾਰਿਸ਼ਾਂ ਕਰਨਗੇ, ਬੋਰਡ ਜਿਹੜਾ ਮਤਲਬ ਬੋਰਡ ਦੇ ਚੇਅਰਮੈਨ ਦੇ ਤੌਰ ਤੇ ਜਿਹੜਾ ਮੇਰੀ ਪ੍ਰੀਵਿਊ ਦੇ ਵਿੱਚ ਆਏਗਾ, ਜਿਹੜੇ ਮੇਰੇ ਅਧਿਕਾਰ ਖੇਤਰ 'ਚ ਆਏਗਾ, ਲਾਜ਼ਮੀ ਤੌਰ ਤੇ ਉਸ ਦੇ ਬਾਰੇ ਵਿੱਚ ਕਾਰਵਾਈ ਹੋਏਗੀ। ਬੋਰਡ ਨੂੰ 2017 ਦੇ ਵਿੱਚ ਜਦੋਂ ਕ੍ਰਿਸ਼ਨ ਕੁਮਾਰ ਹੁੰਦੇ ਸੀਗੇ ਉਦੋਂ ਮੰਨਿਆ ਸੀ ਬੋਰਡ ਨੇ ਕਿ ਇਹ ਗਲਤ ਤੱਥਾਂ ਦਾ ਸਿੱਖ ਇਤਿਹਾਸ ਨੂੰ ਪੇਸ਼ ਕੀਤਾ ਗਿਆ? ਉਦੋਂ ਕੋਈ ਨਹੀਂ, ਇੱਕ ਪਾਲਿਸੀ ਬਣਾਈ ਗਈ ਸੀ ਕਿ ਜਿਹੜੀ ਮੇਰਾ ਖਿਆਲ ਹੈ ਕਿ ਜਿਹਦੀ ਇਹਦੀ ਪੈੜ ਨੱਪੀਏ ਤਾਂ ਕਾਫੀ ਚਿਰ ਤੋਂ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਟੈਕਸਟ ਬੁੱਕ ਆਪਣੀਆਂ ਤਿਆਰ ਕਰਦਾ ਮਤਲਬ ਬੋਰਡ, ਪਰ ਹਿਸਟਰੀ ਦੀ ਕਿਤਾਬ ਕਦੇ ਉਸਨੇ ਤਿਆਰ ਨਹੀਂ ਕੀਤੀ, ਖਾਸ ਕਰਕੇ 12ਵੀਂ ਦੀ। ਤਾਂ ਮੈਨੂੰ ਲੱਗਦਾ ਕਿ ਪਿੱਛੇ ਜਿਹੜੀ ਤੱਕ ਜਦੋਂ ਅਸੀਂ ਇਹਦੀ ਪੈੜ ਨੱਪਦੇ ਹਾਂ ਤਾਂ ਕਾਫੀ ਪਿੱਛੇ ਤੱਕ ਇਤਿਹਾਸ ਦੀ ਪੈੜ ਨੱਪਣ ਵਾਂਗੇ ਕਿ ਪਿੱਛੇ ਜਾਂਦੇ ਤਾਂ ਬਹੁਤ ਕਾਫੀ ਦੇਰ ਤੋਂ ਇਹ ਕਿਤਾਬਾਂ ਰਿਕਮੈਂਡ ਹੋ ਰਹੀ। ਪਰ ਜਿਹੜੀ ਇਹ ਸੋਢੀ ਜਿਸ ਕਿਤਾਬ 'ਤੇ ਇਤਰਾਜ਼ ਹੈ ਇਹ ਸ਼ਾਇਦ ਪਹਿਲੀ ਵਾਰ 2007 ਦੇ ਵਿੱਚ ਜਾਂ ਉਸ ਤੋਂ ਪਿੱਛੇ ਵੀ ਹੋ ਸਕਦੀ ਹੈ। ਇਹ ਕਿਤਾਬਾਂ ਜਿਹੜੀਆਂ ਹੈਗੀਆਂ ਇਹ ਮਤਲਬ ਰਿਕਮੈਂਡ ਹੋਈਆਂ ਔਰ ਇਹ ਇੱਕ ਸਿਧਾਂਤਕ ਫੈਸਲਾ ਲਿਆ ਗਿਆ ਸੀ ਕਿ ਬੋਰਡ ਨੂੰ ਇਹ ਕੰਮ ਨਹੀਂ ਮਤਲਬ ਕਰਨਾ ਚਾਹੀਦਾ। ਉਹਨਾਂ ਦਾ ਫੈਸਲਾ ਸੀ ਕਿ ਅਸੀਂ ਇਹ ਪ੍ਰਾਈਵੇਟ ਕਿਤਾਬ ਨੂੰ ਕਿਸੇ ਪਬਲਿਸ਼ਰ ਨੂੰ ਪ੍ਰਮੋਟ ਨਹੀਂ ਕਰਾਂਗੇ, ਨਾ ਅਸੀਂ ਅਪਰੂਵ ਕਰਾਂਗੇ। ਨਹੀਂ, ਖਾਸ ਤੌਰ ਤੇ ਆਹ ਕਿਤਾਬਾਂ ਜਿਨ੍ਹਾਂ ਉੱਪਰ ਇਤਰਾਜ਼ ਜ਼ਾਹਰ ਕੀਤਾ ਗਿਆ ਇਹਨਾਂ ਨੂੰ ਬੈਨ ਕੀਤਾ ਗਿਆ ਸੀਗਾ। ਇਹ ਬੈਨ ਸ਼ਬਦ ਨਹੀਂ ਕਿ ਇੱਕ ਮਤਲਬ ਕਿਸੇ ਵੀ ਕਿਤਾਬ ਦਾ, ਚਾਹੇ ਹਿਸਟਰੀ ਦੀ ਹੋਵੇ, ਪੰਜਾਬੀ ਦੀ ਹੋਵੇ ਜਾਂ ਕਿਸੇ ਪੋਲੀਟੀਕਲ ਸਾਇੰਸ ਦੀ ਵੀ ਕਿਤਾਬ ਨਹੀਂ ਛਾਪੀ ਜਾਂਦੀ। ਕੋਈ ਵੀ ਕਿਤਾਬ ਨੂੰ ਬੋਰਡ 17 ਤੋਂ ਬਾਅਦ ਨਾ ਰਿਕਮੈਂਡ ਹੋਈ ਹੈ, ਨਾ ਅਪਰੂਵ ਹੋਈ ਹੈ, ਨਾ ਇਸ ਦੇ ਵਿੱਚ ਬੋਰਡ ਦੀ ਵਿੱਚ ਜਿਹਦਾ ਕੋਈ ਸਿਧਾਂਤਕ ਫੈਸਲਾ ਲਿਆ ਗਿਆ ਕਿ ਅਸੀਂ ਕਿਸੇ ਕਿਤਾਬ ਨੂੰ ਸਿਫਾਰਿਸ਼ ਨਹੀਂ ਕਰਾਂਗੇ ਬੱਚਿਆਂ ਨੂੰ ਕਿ ਉਹ ਪ੍ਰਾਈਵੇਟ ਪਬਲਿਸ਼ਰ ਦੀ ਕਿਤਾਬ ਪੜ੍ਹਨਾ। ਵਿਦਿਆਰਥੀਆਂ ਨੇ ਤਾਂ ਕਿਤਾਬਾਂ ਪੜ੍ਹੀਆਂ ਨਾ, ਤੇ ਫਿਰ ਵਿਦਿਆਰਥੀਆਂ ਤੱਕ ਕਿਤਾਬਾਂ ਕਿਵੇਂ ਪਹੁੰਚੀਆਂ, ਟੀਚਰਾਂ ਨੇ ਰਿਕਮੈਂਡ ਕੀਤੀ, ਕਿਵੇਂ ਸਭ ਨੂੰ ਅੰਦਰ ਆਪਣੇ ਇਸ ਜਾਂਚ ਲਿਆਉਂਗੇ? ਇਹਦੇ ਵਿੱਚ ਸੀ ਕਿ ਜਿਹੜੀ ਕਿਤਾਬ ਨੂੰ ਜਿਹੜੀ 17 ਦੇ ਵਿੱਚੋਂ ਮੰਨ ਲਓ ਇੱਕ ਜਿਹੜੀ ਉਹਨਾਂ ਨੂੰ ਇੱਕ ਅਪਰੂਵ ਦੀ ਕਾਪੀ ਮਿਲੀ ਕਿ ਤੁਸੀਂ ਕਿਤਾਬ ਛਾਪ ਸਕਦੇ ਹੋ,
ਮੈਂ ਉਹਦੇ ਤੇ ਮੋٹے ਤੌਰ ਤੇ ਟਿੱਪਣੀ ਅਜੇ ਨਹੀਂ ਕਰਾਂਗਾ ਕਿਉਂਕਿ ਉਹਦੀ ਰਿਪੋਰਟ ਆਉਣੀ ਹੈ, ਪਰ ਮੈਨੂੰ ਜਿੱਥੇ ਤੱਕ ਪਤਾ ਲੱਗਿਆ ਕਿ ਉਹ ਪੁਰਾਣੀ ਚਿੱਠੀ ਵਰਤ ਕੇ ਉਹਦੇ ਵਿੱਚ ਉਹ ਆਪਣੀ ਕਿਤਾਬ ਛਾਪਦੇ ਰਹੇ। ਲਾਜ਼ਮੀ ਤੌਰ ਤੇ ਇਹਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਜਦੋਂ ਸਾਡੀ ਰਿਕਮੈਂਡੇਸ਼ਨ ਨਹੀਂ ਤਾਂ ਉਹ ਉਸ ਚਿੱਠੀ ਨੂੰ ਵਰਤ ਕੇ ਉਹਨਾਂ ਨੇ ਅਜਿਹਾ ਕੀਤਾ, ਇਹ ਆਪਣੇ ਆਪ ਦੇ ਵਿੱਚ ਇੱਕ ਤਰ੍ਹਾਂ ਦੀ ਨੈਤਿਕ ਤੌਰ ਤੇ ਔਰ ਕਾਨੂੰਨੀ ਤੌਰ ਤੇ ਗਲਤ ਗੱਲ ਹੈ। ਇਸ ਵਿੱਚ ਤਾਂ ਫਿਰ ਬੋਰਡ ਦੇ ਜੇਕਰ ਆਪਾਂ ਕੀ ਵੱਡੇ ਪੱਧਰ ਉੱਪਰ ਅਧਿਕਾਰੀ ਸ਼ਾਮਲ ਹੋਣਗੇ, ਸਾਰੇ ਟੀਚਰਸ ਹੋਣਗੇ, ਬਹੁਤ ਵੱਡੇ ਅਧਿਕਾਰੀ ਸ਼ਾਮਲ ਹੋਣਗੇ, ਫਿਰ ਇਹਦੇ ਵਿੱਚ ਵੇਖੋ ਜਿਹੜੀ ਸਾਡੇ ਮੈਂ ਤੁਹਾਨੂੰ ਦੱਸਿਆ ਕਿ ਪੁਰਾਣੀ ਪਹਿਲੀ ਰਿਪੋਰਟ ਜਿਹੜੀ ਆਈ ਹੈ ਉਹ ਸੋਢੀ ਦੀ ਕਿਤਾਬ ਬਾਰੇ, ਉਹਦੇ ਬਾਰੇ ਸਾਡੇ 16 ਜਿਹੜੇ ਅਧਿਕਾਰੀ ਉਸ ਸ਼ਾਖਾ ਦੇ ਹੈਗੇ, ਉਹਨਾਂ ਨੇ ਉੱਥੇ ਜਿਹੜੀ ਬੁਨਿਆਦੀ ਤੌਰ ਤੇ ਉਹਨਾਂ ਨੂੰ ਗਵਾਹੀ ਦਿੱਤੀ ਹੈਗੀ ਜਿਸ ਦੇ ਵਿੱਚ ਰਿਵਿਊ ਕਰਤਾ ਦਾ ਨਾਮ ਮੈਂ ਸਮਝਦਾ ਆਪਣੇ ਤੌਰ ਤੇ ਕਿ ਰਿਵਿਊ ਕਰਤਾ ਬੁਨਿਆਦੀ ਤੌਰ ਤੇ ਦੋਸ਼ੀ ਹੈ ਜਿਸ ਦਾ ਕੰਮ ਹੀ ਕਿਤਾਬ ਪੜ੍ਹਨਾ ਸੀ ਔਰ ਕਿਤਾਬ ਪੜ੍ਹ ਕੇ ਉਹਦੇ ਤੱਥਾਂ ਬਾਰੇ ਜਿਹੜਾ ਜਾਣੂ ਕਰਵਾਉਣਾ ਸੀ ਕਿ ਇਹਦੇ ਵਿੱਚ ਉਹ ਇਹ ਸਿਫਾਰਿਸ਼ ਕਰ ਸਕਦਾ ਸੀ ਕਿ ਇਹਦੇ ਵਿੱਚ ਗਲਤ ਤੇ ਇਹਦੀ ਭਾਸ਼ਾ ਮੰਦੀ ਭਾਸ਼ਾ ਵਰਤੀ ਗਈ ਹੈ ਤੇ ਇਸ ਕਿਤਾਬ ਨੂੰ ਨਾ ਲਾਇਆ ਜਾਵੇ। ਉਸ ਨਾਲ ਸੰਬੰਧਿਤ ਕਿਤਾਬ ਫਾਈਲ ਹੀ ਨਹੀਂ ਹੈ। ਫਾਈਲ ਗਵਾਉਣ ਬਾਰੇ ਦੀ ਜ਼ਿੰਮੇਵਾਰੀ ਤੈਅ ਕਰਨ ਵਾਸਤੇ ਵੀ ਜਿਹੜੀ ਨਾਲ ਜਿਹੜੀ ਇਹ ਇਹਨਾਂ ਜਿਹੜੇ ਵਿਭਾਗ ਦੇ ਕਰਮਚਾਰੀ ਆ ਅਧਿਕਾਰੀ ਆ ਉਹਨਾਂ ਬਾਰੇ ਸ਼ੋਕਾਜ਼ ਕੀਤੇ ਗਏ ਆ। ਕਿਸ ਤਰ੍ਹਾਂ ਦੀ ਕਾਰਵਾਈ ਹੋ ਸਕਦੀ ਜੇਕਰ ਫਾਈਲ ਨਹੀਂ ਮਿਲਦੀ ਜਾਂ ਫਾਈਲ ਦਾ ਪਤਾ ਨਹੀਂ ਲੱਗਦਾ ਵੀ ਕਿਸੇ ਨੇ ਰਿਵਿਊ ਕੀਤੀ ਹੈ? ਵੇਖੋ ਜਿਹੜੀ ਤੁਹਾਡੀ ਹੈਗੀ ਮੇਰੇ ਕੋਲ ਕਾਨੂੰਨੀ ਕਾਰਵਾਈ ਦਾ ਬਤੌਰ ਚੇਅਰਮੈਨ ਜਾਂ ਉਹਦੇ ਵਿੱਚ ਸਾਨੂੰ ਐਕਟ ਪ੍ਰਵਾਨਗੀ ਦਿੰਦਾ, ਵਿਭਾਗੀ ਕਾਰਵਾਈ ਦਿੰਦਾ ਔਰ ਵਿਭਾਗੀ ਕਾਰਵਾਈ ਦੀ ਜਿਹੜੀ ਵੀ ਸੀਮਾ ਹੈ ਜਿਹੜੀ ਵੀ ਗੱਲ ਹੈ ਮੈਂ ਐਕਟ ਨੂੰ ਦੁਬਾਰਾ ਕੰਸਲਟ ਕਰੂੰਗਾ। ਉਹਦੇ ਵਿੱਚ ਜੋ ਵੀ ਇਸ ਤਰ੍ਹਾਂ ਦੇ ਅਪਰਾਧ ਲਈ ਜਿਹੜੀ ਨੈਗਲੀਜੈਂਸੀ ਲਈ ਜਿਹੜੀ ਵੀ ਸਜ਼ਾ ਬਣੇਗੀ ਉਹ ਲਾਜ਼ਮੀ ਤੌਰ ਤੇ ਦਿੱਤੀ ਜਾਏਗੀ। ਸਰਕਾਰ ਨੂੰ ਕੀ ਤੁਸੀਂ ਰਿਕਮੈਂਡ ਕਰ ਰਹੇ ਹੋ ਕੁਛ, ਕਿਉਂਕਿ ਸਰਕਾਰ ਤਾਂ ਤੁਹਾਡੇ ਤੋਂ ਪੁੱਛੂਗੀ ਕੀ ਕੁਝ ਹੋਣਾ ਚਾਹੀਦਾ ਇਸ ਮਸਲੇ ਦੇ ਵਿੱਚ? ਜਿਹੜੀ ਇਸ ਇਸ਼ੂ ਦੇ ਉੱਤੇ ਜਿਹੜੀ ਤੁਹਾਡੀ ਗੱਲ ਹੈਗੀ ਉਸ ਦੇ ਬਾਰੇ ਵਿੱਚ 5 ਤਰੀਕ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਉਹ ਕਮੇਟੀ ਹੀ ਉਹ ਸਿਫਾਰਿਸ਼ ਕਰੇਗੀ। ਮੈਂ ਆਪਣੀ ਜਿਹੜੀ ਹੈਗੀ ਹੈ ਸਾਡੇ ਜਿਹੜੇ ਬੋਰਡ ਦੇ ਰਿਟੇਨਰ ਆ ਉਹਨਾਂ ਤੋਂ ਵੀ ਰਾਏ ਲਈ ਹੈ ਪਹਿਲਾਂ ਵੀ ਦੀ, ਦੁਬਾਰਾ ਫਿਰ ਉਹਨਾਂ ਬੈਠ ਕੇ ਮੈਂ ਡਿਸਕਸ ਕਰੂੰਗਾ ਕਿ ਕਿਸ ਤਰੀਕੇ ਦੇ ਨਾਲ ਸਾਡਾ ਐਕਟ ਇਸ ਬਾਰੇ ਕੀ ਕਹਿੰਦਾ। ਜਿਵੇਂ ਮੈਂ ਤੁਹਾਨੂੰ ਦੱਸਿਆ ਉਹਨੂੰ ਕੰਸਲਟ ਕਰਾਂਗੇ ਔਰ ਜਿਹੜੀ ਵੀ ਕੋਈ ਕਾਰਵਾਈ ਬਣਦੀ ਹੈ ਜਿਹੜੀ ਸਰਕਾਰ ਨੂੰ ਭੇਜਣ ਦਾ ਮਾਮਲਾ, ਕੁਝ ਵਿਅਕਤੀ ਹੈ ਜਿਵੇਂ ਫਾਰ ਐਗਜ਼ਾਮਪਲ ਚੇਅਰਮੈਨ ਪਿਛਲਾ ਤਤਕਾਲੀਨ ਕੋਈ ਇਸ ਵਾਸਤੇ ਜ਼ਿੰਮੇਵਾਰ ਹੈ ਜਿਹੜਾ ਅਕਾਦਮਿਕ ਕੌਂਸਲ ਨੂੰ ਚੇਅਰ ਕੀਤਾ ਔਰ ਉਸਨੇ ਕਿਉਂਕਿ ਉਸ ਦਾ ਮੈਂ ਅਪਾਇੰਟਿੰਗ ਅਥਾਰਟੀ ਨਹੀਂ ਹਾਂ, ਸਰਕਾਰ ਉਸ ਦੀ ਅਪਾਇੰਟਿੰਗ ਅਥਾਰਟੀ, ਤਾਂ ਉਹ ਮਾਮਲੇ ਜਿਹੇ ਸਰਕਾਰ ਨੂੰ ਭੇਜੇ ਜਾਣਗੇ। ਜੇ ਸਰਕਾਰੀ ਮੁਲਾਜ਼ਮ ਇਸ ਦੇ ਪ੍ਰਕਿਰਿਆ ਵਿੱਚ ਸ਼ਾਮਲ ਸੀ ਉਹਨਾਂ ਦੇ ਵਿੱਚ ਬੋਰਡ ਕਾਰਵਾਈ ਕਰਨ ਦੇ ਸਮਰੱਥ ਨਹੀਂ ਹੈ ਤਾਂ ਉਹਨਾਂ ਬਾਰੇ ਵੀ ਸਰਕਾਰ ਨੂੰ ਭੇਜਿਆ ਜਾਏਗਾ ਕਿ ਜਿਹੜੀ ਉਹਨਾਂ ਦੇ ਨੋਟਿਸ 'ਚ ਲਿਆ ਜਾਏਗਾ ਕਿ ਇਸ ਤਰ੍ਹਾਂ ਦੀ ਗੱਲ ਉਸ ਦੇ ਉੱਤੇ ਉਹ ਕਰਨ। ਜਿਹੜਾ ਸਾਡੀ ਰਿਪੋਰਟ ਆਏਗੀ ਉਸ ਦੇ ਆਧਾਰ ਤੇ ਸਾਰੀ ਕਾਰਵਾਈ ਸੰਭਵ ਹੋਏਗੀ। ਤਾਂ 5 ਤਰੀਕ ਨੂੰ ਰਿਪੋਰਟ ਆਊਗੀ, ਉਸ ਦੇ ਆਧਾਰ ਉੱਪਰ ਕਾਰਵਾਈ ਹੋਊਗੀ। ਸਿੱਧੇ ਤੌਰ ਤੇ ਬੋਰਡ ਦਾ ਕਹਿਣਾ ਹੈ ਕਿ ਬੋਰਡ ਕਿਸੇ ਵੀ ਕਿਤਾਬ ਨੂੰ ਰეკਮੈਂਡ ਨਹੀਂ ਕਰਦਾ ਤੇ ਜਿਹੜੀ ਕਾਰਵਾਈ ਕਿਤੇ ਨਾ ਕਿਤੇ ਸਰਕਾਰ ਨੇ ਵੀ ਕਰਨੀ। ਜਿਹੜੀ ਰਿਵਿਊ ਕਿਤਾਬ ਹੋਈ ਸੀ ਉਹਨਾਂ ਅਧਿਕਾਰੀਆਂ ਉੱਪਰ ਬੋਰਡ ਆਪਣੀ ਕਾਰਵਾਈ ਕਰ ਰਿਹਾ। ਕੈਮਰਾ ਪਰਸਨ ਦਲੀਪ ਦੇ ਨਾਲ ਆਸ਼ੂ ਅਨੇਜਾ, ਲਿਵਿੰਗ ਇੰਡੀਆ ਨਿਊਜ਼, ਮੋਹਾਲੀ।